ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਅਗਲਾ ਪਾਠ ਈਅਰਫੋਨ, ਜੋ ਕਿ ਇੱਕ ਕਹਾਣੀ ਹੈ ਅਤੇ ਤੁਹਾਡੀ ਪੁਸਤਕ ਸਾਹਿਤਕ ਰੰਗ ਭਾਗ 2 ਦੇ ਵਿੱਚ ਦਰਜ ਹੈ। ਈਅਰਫੋਨ ਕਹਾਣੀ ਬਲਵਿੰਦਰ ਸਿੰਘ ਸੋਢੀ ਦੀ ਲਿਖੀ ਹੋਈ ਹੈ। ਲੇਖਕ ਬਲਵਿੰਦਰ ਸਿੰਘ ਸੋਢੀ ਜੋ ਕਿ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਔਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਉਹ ਕਾਫੀ ਆਪਣਾ ਯੋਗਦਾਨ ਦੇ ਚੁੱਕੇ ਨੇ। ਸੋ ਟੈਕਨੋਲੋਜੀ ਦੇ ਨਾਲ ਜ਼ਿਆਦਾ ਵਾਹ ਰਹਿਣ ਕਰਕੇ ਉਹਨਾਂ ਨੇ ਆਪਣੀ ਰਚਨਾ ਈਅਰਫੋਨ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਕਿ ਜੇਕਰ ਅਸੀਂ ਕਿਸੇ ਚੀਜ਼ ਦੀ ਹੱਦ ਤੋਂ ਜ਼ਿਆਦਾ ਵਰਤੋਂ ਕਰ ਲੈਂਦੇ ਹਾਂ ਤਾਂ ਉਸ ਦੇ ਨਾਲ ਸਾਨੂੰ ਕਈ ਵਾਰ ਨੁਕਸਾਨ ਵੀ ਝੱਲਣਾ ਪੈ ਜਾਂਦਾ ਹੈ। ਸੋ ਵਿਦਿਆਰਥੀਓ, ਇਸ ਕਹਾਣੀ ਦੇ ਰਾਹੀਂ ਕਹਾਣੀ ਦੀ ਇੱਕ ਮੁੱਖ ਪਾਤਰ ਲੇਖਕ ਨੇ ਦਰਸਾਈ ਹੈ ਜਿਸ ਦਾ ਨਾਮ ਹੈ ਮੀਨਾਕਸ਼ੀ। ਮੀਨਾਕਸ਼ੀ ਦੇ ਬਿਰਤਾਂਤ ਰਾਹੀਂ ਇਹ ਦੱਸਿਆ ਗਿਆ ਆ ਕਿ ਉਸ ਨੂੰ ਈਅਰਫੋਨ ਸੁਣਨ ਦੀ ਬਹੁਤ ਆਦਤ ਸੀ। ਕੰਨਾਂ ਨੂੰ ਹਰ ਵੇਲੇ ਮੋਬਾਈਲ ਦੇ ਨਾਲ ਉਹ ਈਅਰਫੋਨ ਦੀ ਵਰਤੋਂ ਕਰਦੀ ਰਹਿੰਦੀ ਸੀ। ਬਾਰ-ਬਾਰ ਉਸਦੇ ਘਰਦਿਆਂ ਵੱਲੋਂ ਵੀ ਮਨਾ ਕਰਨ 'ਤੇ ਉਹ ਨਹੀਂ ਸੀ ਰੁਕਦੀ ਅਤੇ ਇੱਕ ਦਿਨ ਉਸਦੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਕਿ ਉਸ ਨੂੰ ਸੱਟ ਲੱਗਦੀ ਹੈ ਬਹੁਤ ਬੁਰੀ ਤਰ੍ਹਾਂ, ਜਿਸ ਦੇ ਨਾਲ ਉਹ ਬਹੁਤ ਹੀ ਆਪਣੇ ਆਪ 'ਤੇ ਸ਼ਰਮਿੰਦਗੀ ਵੀ ਮਹਿਸੂਸ ਕਰਦੀ ਹੈ ਕਿ ਜੇਕਰ ਮੈਂ ਆਪਣੇ ਮਾਤਾ ਪਿਤਾ ਦੀ ਗੱਲ ਮੰਨੀ ਹੁੰਦੀ ਅਤੇ ਅੱਜ ਸ਼ਾਇਦ ਮੇਰੇ ਨਾਲ ਇਹ ਘਟਨਾ ਨਾ ਵਾਪਰਦੀ। ਸੋ ਆਓ ਸੰਖੇਪ ਦੇ ਵਿੱਚ ਆਪਾਂ ਇਸ ਲੇਖ ਦੇ ਬਾਰੇ, ਕਹਾਣੀ ਦੇ ਬਾਰੇ ਜਾਣੀਏ। ਈਅਰਫੋਨ ਕਹਾਣੀ ਸ਼ੁਰੂ ਹੁੰਦੀ ਹੈ ਉਸ ਦੀ ਮੰਮੀ ਦੇ ਵੱਲੋਂ ਕਹੇ ਹੋਏ ਸ਼ਬਦਾਂ ਤੋਂ। ਕਹਿੰਦੇ ਹੈ ਉਹਦੀ ਮੰਮੀ, ਬੇਟਾ ਹੁਣ ਤਾਂ ਈਅਰਫੋਨ ਛੱਡ ਦਿਓ, ਬਹੁਤ ਹੋ ਗਿਆ, 2 ਘੰਟੇ ਹੋ ਗਏ ਨੇ ਗਾਣੇ ਸੁਣਦੇ ਨੂੰ, ਹੁਣ ਮਨ ਵੀ ਭਰ ਗਿਆ ਹੋਵੇਗਾ। ਇਹ ਸ਼ਬਦ ਮੀਨਾਕਸ਼ੀ ਦੀ ਮੰਮੀ ਜਿਹੜੀ ਹੈ ਉਸ ਨੂੰ ਬੋਲ ਰਹੀ ਹੈ, ਪਰ ਮੀਨਾਕਸ਼ੀ ਦੀ ਸਿਹਤ ਦੇ ਉੱਪਰ ਬਿਲਕੁਲ ਵੀ ਕੋਈ ਅਸਰ ਨਹੀਂ ਆਉਂਦਾ ਹੁੰਦਾ। ਸਗੋਂ ਮੀਨਾਕਸ਼ੀ ਜਿਹੜੀ ਹੈ ਆਪਣੇ ਮਾਤਾ ਦੀ ਜਾਂ ਪਿਤਾ ਦੀ ਕਹੀ ਗਈ ਗੱਲ ਨੂੰ ਬਿਲਕੁਲ ਵੀ ਗੌਰ ਨਹੀਂ ਕਰਦੀ ਅਤੇ ਉਲਟਾ ਉਹ ਮੱਥੇ 'ਤੇ ਵੱਟ ਪਾਉਂਦਿਆਂ ਉਹਨਾਂ ਨੂੰ ਜਵਾਬ ਵੀ ਦੇ ਦਿੰਦੀ ਹੈ। ਫਿਰ ਉਸ ਦੀ ਮੰਮੀ ਉਸ ਨੂੰ ਹੋਰ ਕਿਸੇ ਗੱਲ ਲਈ ਕਰਨ ਲਈ ਆਖਦੀ ਹੈ, ਕੋਈ ਹੋਰ ਕੰਮ ਵੱਲ ਧਿਆਨ ਲਗਾਉਣ ਲਈ ਲਗਾਉਣਾ ਚਾਹੁੰਦੀ ਹੈ। ਕਦੀ ਉਸ ਨੂੰ ਕਹਿੰਦੀ ਹੈ ਕਿ ਆ ਮੈਂ ਤੇਰੇ ਨਾਲ ਕੈਰਮ ਬੋਰਡ ਖੇਡਦੀ ਹਾਂ, ਠੀਕ ਹੈ। ਪਰ ਮੀਨਾਕਸ਼ੀ ਜਿਹੜੀ ਹੈ ਬਿਲਕੁਲ ਵੀ ਆਪਣੀ ਮਾਂ ਦੀ ਗੱਲ ਨੂੰ ਨਹੀਂ ਸੁਣਦੀ। ਫਿਰ ਇੰਨੇ ਨੂੰ ਉਹ ਹਲੇ ਦੋਨੋਂ ਗੱਲਾਂ ਹੀ ਕਰ ਰਹੀਆਂ ਹੁੰਦੀਆਂ ਨੇ ਅਤੇ ਉਹਨਾਂ ਦੇ ਘਰ ਦੇ ਦਰਵਾਜ਼ੇ ਦੀ ਬੈਲ ਵੱਜਦੀ ਹੈ। ਦੇਖਦੇ ਹੈ ਕਿ ਮੀਨਾਕਸ਼ੀ ਦੀ ਮੰਮੀ ਦੀ ਸਹੇਲੀ ਪੂਨਮ ਉਹਨਾਂ ਦੇ ਘਰ ਆਉਂਦੀ ਹੈ। ਨਿਸ਼ਾ ਅਤੇ ਪੂਨਮ, ਮੀਨਾਕਸ਼ੀ ਦੀ ਮੰਮੀ ਦੀ ਸਹੇਲੀ ਦਾ ਨਾਮ ਨਿਸ਼ਾ ਅਤੇ ਪੂਨਮ ਉਹਨਾਂ ਦੀ ਸਹੇਲੀ ਜੋ ਕਿ ਉਹਨਾਂ ਦੇ ਘਰ ਆਉਂਦੀ ਹੈ। ਉਹ ਦੋਨੇ ਆਪਸ ਦੇ ਵਿੱਚ ਗੱਲਾਂ ਕਰਨ ਰਹੀਆਂ ਹੁੰਦੀਆਂ ਹਨ ਅਤੇ ਮੀਨਾਕਸ਼ੀ ਉਹਨਾਂ ਦੇ ਲਈ ਚਾਹ ਲੈਣ ਲਈ ਰਸੋਈ ਦੇ ਵਿੱਚ ਜਾਂਦੀ ਹੈ। ਇੰਨੇ ਨੂੰ ਮੀਨਾਕਸ਼ੀ ਨੂੰ ਵੀ ਸਮਾਂ ਮਿਲ ਜਾਂਦਾ ਆ ਕਿ ਉਹ ਈਅਰਫੋਨ ਦੀ ਦੁਬਾਰਾ ਵਰਤੋਂ ਕਰੇ। ਉੱਧਰ ਮੀਨਾਕਸ਼ੀ ਅੰਦਰ ਚਾਹ ਲੈਣ ਵਾਸਤੇ ਗਈ ਹੋਈ ਹੈ ਅਤੇ ਇੱਧਰ ਮੀਨਾਕਸ਼ੀ ਦੀ ਮੰਮੀ ਨਿਸ਼ਾ ਅਤੇ ਉਸ ਦੀ ਸਹੇਲੀ ਪੂਨਮ ਦੋਨੋਂ ਆਪਸ ਦੇ ਵਿੱਚ ਗੱਲਬਾਤ ਕਰ ਰਹੀਆਂ ਨੇ। ਉਸ ਦੀ ਸਹੇਲੀ ਪੂਨਮ ਵੀ ਉਸ ਦੀ ਮੰਮੀ ਨੂੰ ਦੱਸਦੀ ਹੈ ਕਿ ਉਹਦਾ ਬੇਟਾ ਵੀ ਈਅਰਫੋਨ ਦੀ ਹੱਦ ਤੋਂ ਜ਼ਿਆਦਾ ਵਰਤੋਂ ਕਰਦਾ ਹੈ ਅਤੇ ਉਸੇ ਦੂਸਰੇ ਪਾਸੇ ਮੀਨਾਕਸ਼ੀ ਦੀ ਮੰਮੀ ਨਿਸ਼ਾ ਵੀ ਉਹਦੇ ਬਾਰੇ ਗੱਲ ਕਰਦੀ ਹੈ ਕਿ ਮੈਂ ਵੀ ਮੀਨਾਕਸ਼ੀ ਨੂੰ ਹਰ ਵਕਤ ਉਸ ਨੂੰ ਈਅਰਫੋਨ ਦੀ ਵਰਤੋਂ ਤੋਂ ਰੋਕਦੀ ਹਾਂ, ਪਰ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ। ਸੋ ਹੌਲੀ ਹੌਲੀ ਉਹ ਜਦੋਂ ਗੱਲਾਂ ਬਾਤਾਂ ਕਰਦੀਆਂ ਨੇ ਤਾਂ ਉਹ ਉੱਠ ਕੇ ਚਲੇ ਜਾਂਦੀ ਹੈ। ਫਿਰ ਇੱਕ ਦਿਨ ਕੀ ਹੁੰਦਾ ਆ ਕਿ ਮੀਨਾਕਸ਼ੀ ਨੇ ਕੰਨਾਂ ਨੂੰ ਈਅਰਫੋਨ ਲਗਾਏ ਹੁੰਦੇ ਨੇ, ਅੱਖਾਂ ਬੰਦ ਕੀਤੀਆਂ ਹੁੰਦੀਆਂ ਨੇ ਅਤੇ ਕਮਰੇ ਦੇ ਵਿੱਚ ਉੱਚੀ ਉੱਚੀ ਗਾਣੇ ਜਿਹੜੀ ਹੈ ਸੁਣ ਰਹੀ ਸੀ ਔਰ ਨਾਲ ਦੀ ਨਾਲ ਉਹ ਮਸਤੀ ਦੇ ਵਿੱਚ ਨੱਚ ਟੱਪ ਰਹੀ ਸੀ, ਡਾਂਸ ਕਰ ਰਹੀ ਸੀ। ਉਸ ਨੂੰ ਨਹੀਂ ਪਤਾ ਲੱਗਦਾ
ਕਿ ਕਦੋਂ ਉਸਦੇ ਪਾਪਾ ਉਸਦੇ ਕਮਰੇ ਦੇ ਵਿੱਚ ਆ ਕੇ ਬੈਠ ਜਾਂਦੇ ਨੇ। ਉਸਦੇ ਪਾਪਾ ਦੇਖਦੇ ਰਹਿੰਦੇ ਨੇ ਕਿ ਮੀਨਾਕਸ਼ੀ ਨੂੰ ਕੋਈ ਵੀ ਸੁਰਤ ਜਾਂ ਹੋਸ਼ ਨਹੀਂ ਸੀ, ਕਿਉਂਕਿ ਉਸਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਨ ਅਤੇ ਕੰਨਾਂ ਨੂੰ ਈਅਰਫੋਨ ਲਗਾਏ ਹੋਏ ਸਨ। ਅਚਾਨਕ ਇੱਕਦਮ ਜਦੋਂ ਮੀਨਾਕਸ਼ੀ ਦੀਆਂ ਅੱਖਾਂ ਖੁੱਲ੍ਹੀਆਂ ਅਤੇ ਉਹ ਪਾਪਾ ਨੂੰ ਆਪਣੇ ਕਮਰੇ ਦੇ ਵਿੱਚ ਕੁਰਸੀ 'ਤੇ ਬੈਠਿਆਂ ਚੌਂਕ ਗਈ। ਚੌਂਕ ਤੋਂ ਮਤਲਬ ਹੈ ਹੈਰਾਨ ਰਹਿ ਜਾਣਾ। ਫਿਰ ਉਹ ਪਾਪਾ ਨੂੰ ਬੜੀ ਹੈਰਾਨੀ ਦੇ ਨਾਲ ਕਹਿੰਦੀ ਹੈ, ਪਾਪਾ ਤੁਸੀਂ ਕਦੋਂ ਆਏ? ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਤਾਂ ਪਾਪਾ ਨੇ ਉਸ ਨੂੰ ਮਜ਼ਾਕ ਦੇ ਵਿੱਚ ਕਿਹਾ, ਥੋੜ੍ਹਾ ਹੀ ਸਮਾਂ ਹੋਇਆ ਆਇਆਂ ਨੂੰ, ਤੁਸੀਂ ਮੈਨੂੰ ਨਹੀਂ ਦੇਖਿਆ ਅਤੇ ਤਾਂ ਹੀ ਤੁਸੀਂ ਆਲੇ ਦੁਆਲੇ ਦੀ ਦੁਨੀਆ ਤੋਂ, ਜਹਾਨ ਤੋਂ ਬੇਖਬਰ ਸੀ। ਮਜ਼ਾਕ ਦੇ ਵਿੱਚ ਪਾਪਾ ਜਿਹੜੇ ਉਹ ਇਹ ਸ਼ਬਦ ਮੀਨਾਕਸ਼ੀ ਨੂੰ ਬੋਲ ਰਹੇ ਸੀ। ਫਿਰ ਦੁਬਾਰਾ ਪਾਪਾ ਨੇ ਵੀ ਉਸ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਬੇਟਾ ਸਾਰਾ ਦਿਨ ਈਅਰਫੋਨ ਕੰਨਾਂ ਨੂੰ ਨਹੀਂ ਲਗਾਉਣਾ ਚਾਹੀਦਾ, ਇਸ ਨਾਲ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਨਾਲੇ ਤੇਰੀ ਅਜੇ ਉਮਰ ਹੀ ਕੀ ਹੈ। ਪਾਪਾ ਨੇ ਉਸ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ। ਤਾਂ ਪਾਪਾ ਦੇ ਇਹ ਸ਼ਬਦ ਸੁਣ ਕੇ ਮੀਨਾਕਸ਼ੀ ਨੇ ਉਸ ਵੇਲੇ ਤਾਂ ਉਹਨਾਂ ਨੂੰ ਸੌਰੀ ਕਹਿ ਦਿੱਤਾ, ਸੌਰੀ ਪਾਪਾ, ਮੈਂ ਅੱਗੇ ਤੋਂ ਤੁਹਾਡੀਆਂ ਅਜਿਹੀਆਂ ਗੱਲਾਂ ਦਾ ਧਿਆਨ ਰੱਖਾਂਗੀ। ਬੜੇ ਹਲੀਮੀ ਦੇ ਨਾਲ ਉਸਨੇ ਆਪਣੇ ਪਾਪਾ ਨੂੰ ਇਹ ਸ਼ਬਦ ਬੋਲੇ। ਪਰ ਫਿਰ ਜਦੋਂ ਪਾਪਾ ਉਸਦੇ ਕੋਲੋਂ ਚਲੇ ਜਾਂਦੇ ਹਨ ਤਾਂ ਥੋੜ੍ਹੀ ਦੇਰ ਅਸਰ ਰਹਿਣ ਤੋਂ ਬਾਅਦ ਫਿਰ ਉਹੀ ਰੂਟੀਨ ਜਿਹੜੀ ਹੈ ਮੀਨਾਕਸ਼ੀ ਦੀ ਸ਼ੁਰੂ ਹੋ ਜਾਂਦੀ ਹੈ। ਉਹ ਉਸਦੇ ਮਾਤਾ ਪਿਤਾ ਉਸਦੀ ਇਸ ਆਦਤ ਤੋਂ ਬਹੁਤ ਹੀ ਪਰੇਸ਼ਾਨ ਸਨ। ਇੱਕ ਅੱਧਾ ਦਿਨ ਤੱਕ ਤਾਂ ਉਹਦੇ ਉੱਪਰ ਅਸਰ ਰਹਿੰਦਾ ਸੀ, ਪਰ ਫਿਰ ਉਹੀ ਦੁਬਾਰਾ ਉਹ ਸ਼ੁਰੂ ਕਰ ਦਿੰਦੀ ਸੀ। ਮੀਨਾਕਸ਼ੀ 12ਵੀਂ ਜਮਾਤ ਦੀ ਵਿਦਿਆਰਥਣ ਸੀ, ਠੀਕ ਹੈ। ਦੂਸਰੇ ਪਾਸੇ ਉਸਨੂੰ ਪੜ੍ਹਨ ਦਾ ਵੀ ਬੜਾ ਸ਼ੌਂਕ ਸੀ। ਇਹ ਨਹੀਂ ਕਿ ਉਹ ਇਕੱਲਾ ਈਅਰਫੋਨ ਹੀ ਗਾਣੇ ਸੁਣਨ ਦਾ ਹੀ ਸ਼ੌਂਕ ਰੱਖਦੀ ਸੀ, ਉਸਨੂੰ ਪੜ੍ਹਾਈ ਦਾ ਵੀ ਬੜਾ ਸ਼ੌਂਕ ਸੀ। ਪੜ੍ਹਾਈ ਦੇ ਵਿੱਚ ਉਹ ਹਮੇਸ਼ਾ ਅੱਵਲ ਆਉਂਦੀ ਸੀ, ਪਹਿਲੇ ਨੰਬਰ 'ਤੇ ਆਉਂਦੀ ਸੀ, ਬਹੁਤ ਹੁਸ਼ਿਆਰ ਸੀ। ਹੁਣ ਮੀਨਾਕਸ਼ੀ ਦੇ ਸਾਲਾਨਾ ਇਮਤਿਹਾਨ ਸ਼ੁਰੂ ਹੋ ਗਏ। ਚਾਹੇ ਉਹ ਪੜ੍ਹਾਈ ਦੇ ਵਿੱਚ ਬਹੁਤ ਪੜ੍ਹਦੀ ਸੀ, ਧਿਆਨ ਲਗਾਉਂਦੀ ਸੀ, ਪਰ ਫਿਰ ਵੀ ਨਾਲ ਦੀ ਨਾਲ ਉਸਦੇ ਉੱਪਰ ਈਅਰਫੋਨ ਸੁਣਨ ਦਾ ਜਿਹੜਾ ਭੂਤ ਸਵਾਰ ਸੀ। ਭੂਤ ਸਵਾਰ ਹੋਣਾ ਮੁਹਾਵਰਾ ਹੈ ਇੱਥੇ, ਭਾਵ ਇੱਕੋ ਗੱਲ ਦਾ ਪ੍ਰਭਾਵ ਪੈ ਜਾਣਾ। ਅੱਧੀ ਅੱਧੀ ਰਾਤ ਤੱਕ ਈਅਰਫੋਨ ਲਗਾ ਕੇ ਉਹ ਗਾਣੇ ਸੁਣਦੀ ਰਹਿੰਦੀ। ਜਦੋਂ ਕਿਤੇ ਉਹਦੇ ਮੰਮੀ ਪਾਪਾ ਉਹਦੇ ਸਾਹਮਣੇ ਆਉਂਦੇ ਤਾਂ ਉਹ ਫਿਰ ਈਅਰਫੋਨ ਜਿਹੜੇ ਸੀ ਹਟਾ ਲੈਂਦੀ। ਇਸੇ ਤਰ੍ਹਾਂ ਹੀ ਸਿਲਸਿਲਾ ਜਿਹੜਾ ਸੀ ਉਹ ਚੱਲਦਾ ਰਿਹਾ। ਅਖੀਰ ਮੀਨਾਕਸ਼ੀ ਦੇ ਪੇਪਰ ਖਤਮ ਹੋਏ ਅਤੇ ਉਹ ਆਪਣੇ ਭੂਆ ਦੇ ਘਰ ਛੁੱਟੀਆਂ ਦੇ ਵਿੱਚ ਰਹਿਣ ਲਈ ਚਲੇ ਗਈ। ਉੱਥੇ ਜਾ ਕੇ ਕਹਿੰਦੇ ਕਿ ਉਹਦੀਆਂ ਲਹਿਰਾਂ ਬਹਿਰਾਂ ਲੱਗ ਗਈਆਂ, ਕਿ ਇਹਦੀਆਂ ਮੀਨਾਕਸ਼ੀ ਦੀਆਂ ਲਹਿਰਾਂ ਬਹਿਰਾਂ ਲੱਗ ਜਾਣੀਆਂ, ਭਾਵ ਖੁਸ਼ੀ ਦਾ ਕੋਈ ਠਿਕਾਣਾ ਨਾ ਰਹਿਣਾ। ਬਹੁਤ ਖੁਸ਼ੀ ਹੋਣੀ, ਕਿਉਂਕਿ ਭੂਆ ਦੇ ਘਰ ਉਸ ਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਸੀ। ਸੋ ਉੱਥੇ ਕਾਫੀ ਦਿਨ ਬਿਤਾਉਣ ਤੋਂ ਬਾਅਦ ਮੀਨਾਕਸ਼ੀ ਦਾ 12ਵੀਂ ਦਾ ਨਤੀਜਾ ਆਇਆ। 12ਵੀਂ ਦੇ ਨਤੀਜੇ ਦੇ ਵਿੱਚੋਂ ਉਹ ਫਸਟ ਆਈ। ਤਾਂ ਇਹ ਸੁਣ ਕੇ ਮੀਨਾਕਸ਼ੀ ਨੇ ਆਪਣੇ ਮੰਮੀ ਪਾਪਾ ਨੂੰ ਇੱਕ ਮਿਹਣੇ ਦੇ ਰੂਪ ਦੇ ਵਿੱਚ ਕਿਹਾ, ਦੇਖਿਆ ਪਾਪਾ, ਮੈਂ ਇਸ ਵਾਰ ਵੀ ਫਸਟ ਆਈ ਹਾਂ, ਤੁਸੀਂ ਤਾਂ ਐਵੇਂ ਹੀ ਮੈਨੂੰ ਸਾਰਾ ਦਿਨ ਟੋਕਦੇ ਰਹਿੰਦੇ ਸੀ। ਈਅਰਫੋਨ ਦੇ ਨਾਲ ਪੜ੍ਹਾਈ ਖਰਾਬ ਹੁੰਦੀ ਹੈ ਕੋਈ? ਦੇਖੋ ਮੇਰੀ ਤਾਂ ਨਹੀਂ ਹੋਈ। ਇਸ ਤਰ੍ਹਾਂ ਦੇ ਅੰਦਾਜ਼ ਦੇ ਵਿੱਚ ਮੀਨਾਕਸ਼ੀ ਨੇ ਆਪਣੇ ਮੰਮੀ ਪਾਪਾ ਨੂੰ ਕਿਹਾ। ਪਰ ਅੱਗੋਂ ਉਸ ਦੇ ਮੰਮੀ ਪਾਪਾ ਨੇ ਉਹਨਾਂ ਨੂੰ ਫਿਰ ਸਮਝਾਇਆ। ਪਾਪਾ ਨੇ ਕਿਹਾ ਕਿ ਬੇਟਾ ਜੀ, ਅਸੀਂ ਤਾਂ ਹੁਣ ਵੀ ਕਹਿੰਦੇ ਹਾਂ ਕਿ ਈਅਰਫੋਨ ਲਗਾਉਣ ਨਾਲ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ। ਤਾਂ ਉਸਨੇ ਇਸ ਗੱਲ ਨੂੰ ਗੌਲਿਆ ਨਹੀਂ, ਧਿਆਨ ਨਹੀਂ ਦਿੱਤਾ। ਫਿਰ ਮੀਨਾਕਸ਼ੀ ਨੇ ਉੱਥੇ ਆਪਣੀ ਡਿਮਾਂਡ ਰੱਖੀ ਆਪਣੇ ਮਾਤਾ ਪਿਤਾ ਦੇ ਸਾਹਮਣੇ, ਅੱਛਾ ਪਾਪਾ, ਹੁਣ ਇਹ ਦੱਸੋ ਕਿ ਤੁਸੀਂ ਮੈਨੂੰ ਗਿਫਟ ਕੀ ਦਿਓਗੇ? ਜੇਕਰ ਤੁਸੀਂ ਕਿਹਾ ਸੀ ਕਿ ਫਸਟ ਆਏਂਗੀ ਤਾਂ ਤੈਨੂੰ ਮੂੰਹ ਮੰਗਿਆ ਗਿਫਟ ਮਿਲੇਗਾ। ਮੀਨਾਕਸ਼ੀ ਨੇ ਬੜੀ ਹੀ ਉਤਸੁਕਤਾ ਭਰੇ ਨਜ਼ਰਾਂ ਦੇ ਨਾਲ ਪੁੱਛਿਆ। ਉਤਸ਼ਾਹਿਤ ਹੁੰਦੇ ਹੋਏ ਤਾਂ ਉਸਦੇ ਪਾਪਾ ਨੇ ਹਾਮੀ ਭਰੀ ਕਿ ਹਾਂ ਦੱਸ ਕੀ ਲੈਣਾ ਹੈ। ਤਾਂ ਮੀਨਾਕਸ਼ੀ ਨੇ ਫਟਾਫਟ ਹੀ ਜਵਾਬ ਦਿੱਤਾ, ਨਵਾਂ ਮੋਬਾਈਲ। ਇਹ ਸੁਣਦੇ ਹੀ ਮੀਨਾਕਸ਼ੀ ਨੂੰ ਉਸੇ ਦਿਨ ਨਵਾਂ ਮੋਬਾਈਲ ਫੋਨ ਮਿਲ ਗਿਆ। ਮੀਨਾਕਸ਼ੀ ਦਾ ਫਿਰ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।
ਤੇ ਇਮਤਿਹਾਨਾਂ ਤੋਂ ਪਹਿਲਾਂ ਉਸਨੇ ਆਪਣੇ ਮੰਮੀ ਪਾਪਾ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਉਸ ਦਾ ਜਨਮ ਦਿਨ ਆਉਣ ਵਾਲਾ ਹੈ, ਜਿਸ ਨੂੰ ਹਲੇ 20 ਕੁ ਦਿਨ ਬਾਕੀ ਸਨ, ਤੇ ਉਸਨੇ ਆਪਣਾ ਇਹ ਜਨਮ ਦਿਨ ਆਪਣੀਆਂ ਸਹੇਲੀਆਂ ਨੂੰ ਘਰ ਬੁਲਾ ਕੇ ਪਾਰਟੀ ਦੇ ਰੂਪ ਦੇ ਵਿੱਚ ਮਨਾਉਣਾ ਸੀ। ਸੋ ਉਸ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਡਰਾਇੰਗ ਰੂਮ ਦੇ ਪਰਦੇ, ਸੋਫਾ ਸੈੱਟ ਦੇ ਕਵਰ ਤੇ ਹੋਰ ਸਜਾਵਟੀ ਸਮਾਨ ਜਿਹੜਾ ਸੀ ਉਹ ਬਦਲਿਆ ਜਾਣਾ ਸੀ। ਇਹ ਸਮਾਨ ਨਵਾਂ ਖਰੀਦਣ ਲਈ ਇੱਕ ਦਿਨ ਮੀਨਾਕਸ਼ੀ ਦੇ ਮੰਮੀ ਪਾਪਾ ਤੇ ਮੀਨਾਕਸ਼ੀ ਉਹਨਾਂ ਦੇ ਨਾਲ ਬਾਜ਼ਾਰ ਜਾਂਦੇ ਨੇ ਸਮਾਨ ਖਰੀਦਣ ਲਈ ਉਸਦੇ ਜਨਮ ਦਿਨ ਦੇ ਨਾਲ ਸੰਬੰਧਿਤ। ਸੋ ਮੀਨਾਕਸ਼ੀ ਦੇ ਕੰਨਾਂ ਨੂੰ ਉਸੇ ਤਰ੍ਹਾਂ ਹੀ ਈਅਰਫੋਨ ਲੱਗੇ ਹੋਏ ਸਨ। ਮੀਨਾਕਸ਼ੀ ਦੇ ਮੰਮੀ ਪਾਪਾ ਆਪਣੀ ਕਾਰ ਪਾਰਕਿੰਗ ਦੇ ਵਿੱਚ ਲਗਾ ਕੇ ਤੁਰ ਕੇ ਅੱਗੇ ਬਾਜ਼ਾਰ ਨੂੰ ਜਾਣ ਲੱਗੇ। ਉਹਨਾਂ ਦੇ ਨਾਲ ਹੀ ਮੀਨਾਕਸ਼ੀ ਵੀ ਸੀ। ਮੀਨਾਕਸ਼ੀ ਦੇ ਮੰਮੀ ਪਾਪਾ ਥੋੜ੍ਹਾ ਅੱਗੇ ਨਿਕਲ ਗਏ, ਪਰ ਮੀਨਾਕਸ਼ੀ ਦੇ ਪਿੱਛੇ ਰਹਿ ਗਈ ਔਰ ਉਸ ਦੇ ਕੰਨਾਂ ਨੂੰ ਜਿਹੜੇ ਹੈੱਡਫੋਨ ਲੱਗੇ ਹੋਏ ਸੀ ਉਹਦਾ ਧਿਆਨ ਫਿਰ ਸੜਕ ਪਾਰ ਕਰਦੇ ਵੀ ਗਾਣੇ ਸੁਣਨ ਦੇ ਵਿੱਚ ਹੀ ਸੀ। ਜਿਉਂ ਹੀ ਉਹ ਮੁੜਨ ਲੱਗੀ ਤਾਂ ਉਸ ਦੀ ਟੱਕਰ ਮੋਟਰਸਾਈਕਲ ਦੇ ਨਾਲ ਹੋ ਗਈ। ਮੀਨਾਕਸ਼ੀ ਮੂੰਹ 'ਤੇ ਮੂੰਹ ਜ਼ਮੀਨ 'ਤੇ ਡਿੱਗੀ, ਉੱਚੀ ਉੱਚੀ ਚੀਕਾਂ ਮਾਰਨ ਲੱਗੀ ਤੇ ਉਸ ਦੀ ਸੱਜੀ ਲੱਤ 'ਤੇ ਸੱਟ ਲੱਗ ਚੁੱਕੀ ਸੀ, ਕਾਫੀ ਲਹੂ ਲੁਹਾਨ ਹੋ ਗਈ ਸੀ। ਇਸ ਹਾਦਸੇ ਨੂੰ ਵੇਖ ਕੇ ਬਾਜ਼ਾਰ 'ਚ ਬਹੁਤ ਭੀੜ ਇਕੱਠੀ ਹੋਈ। ਭੀੜ ਦਾ ਰੌਲਾ ਸੁਣ ਕੇ ਮੀਨਾਕਸ਼ੀ ਦੇ ਮੰਮੀ ਪਾਪਾ ਜਦੋਂ ਪਿੱਛੇ ਮੁੜੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਬੇਟੀ ਮੀਨਾਕਸ਼ੀ ਜਿਹੜੀ ਸੀ ਉਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਕਿਸੇ ਤਰ੍ਹਾਂ ਉਹਨਾਂ ਨੇ ਰਿਕਸ਼ੇ 'ਤੇ ਬਿਠਾ ਕੇ ਮੀਨਾਕਸ਼ੀ ਨੂੰ ਪਾਰਕਿੰਗ ਤੱਕ ਲਿਆਂਦਾ, ਹਸਪਤਾਲ ਲੈ ਕੇ ਗਏ। ਜਦੋਂ ਹਸਪਤਾਲ ਦੇ ਵਿੱਚ ਸਾਰੀ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਮੀਨਾਕਸ਼ੀ ਦੀ ਸੱਜੀ ਲੱਤ ਜਿਹੜੀ ਉਹ ਬੁਰੀ ਤਰ੍ਹਾਂ ਟੁੱਟ ਗਈ ਹੈ। ਉਸ ਨੂੰ ਪਲਸਤਰ ਲਗਾਇਆ ਗਿਆ ਤੇ ਮੀਨਾਕਸ਼ੀ ਦੇ ਮੰਮੀ ਪਾਪਾ ਇਹ ਭਲੀ ਭਾਂਤ ਜਾਣਦੇ ਸੀ ਕਿ ਹਾਦਸਾ ਉਹਨਾਂ ਦੀ ਬੇਟੀ ਦੇ ਗਲਤੀ ਕਰਕੇ ਹੀ ਵਾਪਰਿਆ ਹੋਵੇਗਾ। ਸੋ ਮੀਨਾਕਸ਼ੀ ਦਾ ਜਦੋਂ ਟ੍ਰੀਟਮੈਂਟ ਹੋਇਆ, ਦਵਾਈ ਮਿਲੀ, ਪਲਸਤਰ ਲੱਗਾ ਤਾਂ ਉਹਨੂੰ ਘਰ ਲੈ ਕੇ ਆ ਗਏ। ਹਾਦਸੇ ਦੀ ਖਬਰ ਸੁਣ ਕੇ ਸਾਰੇ ਉਸਦਾ ਹਾਲ ਚਾਲ ਪੁੱਛਣ ਲਈ ਉਹਦੇ ਘਰ ਆਉਣ ਲੱਗੇ ਤੇ ਉਸ ਸਮੇਂ ਜਦੋਂ ਉਹਦਾ ਹਾਲ ਚਾਲ ਪੁੱਛਦੇ ਸੀ ਉਸਦੇ ਦੋਸਤ ਮਿੱਤਰ, ਰਿਸ਼ਤੇਦਾਰ, ਆਂਢੀ ਗੁਆਂਢੀ, ਤਾਂ ਮੀਨਾਕਸ਼ੀ ਉਸ ਵੇਲੇ ਬੇਝਿਜਕ ਹੋ ਕੇ ਸਾਰਿਆਂ ਨੂੰ ਦੱਸ ਰਹੀ ਸੀ ਕਿ ਉਹ ਈਅਰਫੋਨ ਲਗਾ ਕੇ ਗਾਣੇ ਸੁਣਦਿਆਂ ਹੋਇਆਂ ਆਪਣੀ ਮਸਤੀ ਦੇ ਵਿੱਚ ਸੜਕ ਪਾਰ ਕਰ ਰਹੀ ਸੀ, ਜਿਸ ਦੇ ਕਰਕੇ ਇਹ ਹਾਦਸਾ ਵਾਪਰਿਆ। ਹੁਣ ਮੀਨਾਕਸ਼ੀ ਨੂੰ ਆਪਣੀ ਗਲਤੀ ਦੇ ਉੱਪਰ ਬਹੁਤ ਹੀ ਪਛਤਾਵਾ ਹੋ ਰਿਹਾ ਸੀ, ਤਾਂ ਉਹ ਆਪਣੇ ਮੰਮੀ ਪਾਪਾ ਦੇ ਕੋਲੋਂ ਮੁਆਫੀ ਵੀ ਮੰਗ ਰਹੀ ਸੀ ਤੇ ਅੰਦਰੋਂ ਹੀ ਅੰਦਰ ਆਪਣੇ ਆਪ ਨੂੰ ਕੋਸ ਰਹੀ ਸੀ। ਕੋਸਣਾ ਹੁੰਦਾ ਹੈ ਆਪਣੇ ਆਪ ਨੂੰ ਬੁਰਾ ਭਲਾ ਆਖਣਾ। ਮੀਨਾਕਸ਼ੀ ਦੀ ਸੱਟ ਨੂੰ ਠੀਕ ਹੋਣ ਲਈ ਘੱਟੋ ਘੱਟ 3 ਮਹੀਨੇ ਲੱਗ ਗਏ। ਇਸ ਦੌਰਾਨ ਉਹ ਮਨ ਹੀ ਮਨ ਵਿੱਚ ਆਪਣੀ ਗਲਤੀ 'ਤੇ ਝੂਰਦੀ ਰਹੀ। ਮੁਹਾਵਰਾ ਹੈ ਬੇਟਾ ਝੂਰਨਾ, ਭਾਵ ਪਛਤਾਵਾ ਕਰਨਾ। ਸੋ ਇਸ ਹਾਦਸੇ ਤੋਂ ਬਾਅਦ ਮੀਨਾਕਸ਼ੀ ਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਕਿ ਜੇਕਰ ਉਸਨੇ ਆਪਣੇ ਮੰਮੀ ਪਾਪਾ ਦੀਆਂ ਦਿੱਤੀਆਂ ਹੋਈਆਂ ਨਸੀਹਤਾਂ ਪਹਿਲਾਂ ਮੰਨ ਲਈਆਂ ਹੁੰਦੀਆਂ ਤੇ ਸ਼ਾਇਦ ਉਹ ਅੱਜ ਇਸ ਮੁਸੀਬਤ ਦਾ ਟਾਕਰਾ ਨਾ ਕਰ ਰਹੀ ਹੁੰਦੀ। ਹੁਣ ਉਸ ਨੂੰ ਇਹ ਸਮਝ ਆ ਗਈ ਸੀ ਕਿ ਕਿਸੇ ਚੀਜ਼ ਦੀ ਹੱਦ ਤੋਂ ਵੱਧ ਵਰਤੋਂ ਸਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਤੇ ਮੀਨਾਕਸ਼ੀ ਨੇ ਅੱਗੇ ਤੋਂ ਅਜਿਹੀ ਗਲਤੀ ਕਰਨ ਤੋਂ ਤੌਬਾ ਕਰ ਲਈ। ਧੰਨਵਾਦ।